ਰੋਜ਼ਾਨਾ ਲੋਕਨਾਥ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ। ਅੱਜ ਅਸੀਂ ਗੱਲਬਾਤ ਕਰਾਂਗੇ ਬੀਤੇ ਦਿਨੀ ਲੁਧਿਆਣਾ ਦੀ ਅਦਾਲਤ ਦੇ ਵਿੱਚ ਹੋਏ ਬੰਬ ਧਮਾਕੇ ਦੀ ਤੇ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਆ, ਕਿਸ ਤਰ੍ਹਾਂ ਦਾ ਮਾਹੌਲ ਆ ਤੇ ਕਾਂਗਰਸ ਦੇ ਵੱਲੋਂ ਕੀ ਵੱਡੇ ਬਿਆਨ ਦਿੱਤੇ ਗਏ ਨੇ। ਟਿਕਟਾਂ ਨੂੰ ਲੈ ਕੇ ਕੀ ਤਾਣਾ ਬਾਣਾ ਉਲਝੇਗਾ ਜਾਂ ਫਿਰ ਸੁਲਝਦਾ ਹੋਇਆ ਨਜ਼ਰ ਆ ਰਿਹਾ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਕਿਹੜੇ-ਕਿਹੜੇ ਆਗੂ ਟਿਕਟਾਂ ਦੇ ਬਿਆਨ ਨੂੰ ਲੈ ਕੇ ਖੁਸ਼ ਨੇ ਤੇ ਕਿਹਨਾਂ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਆ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਵਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਅਰਜੀ ਪਾਉਣ ਤੋਂ ਬਾਅਦ ਮਾਮਲਾ ਕਿੱਥੇ ਤੱਕ ਪਹੁੰਚਿਆ, ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਵੇਗੀ। ਗੱਲਬਾਤ ਕਰਾਂਗੇ ਕਿ ਧਮਾਕੇ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਕਿਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀਆਂ ਲਗਾਈਆਂ ਜਾ ਰਹੀਆਂ, ਇਸ ਦਾ ਕਨੈਕਸ਼ਨ ਸਿਆਸੀ ਹੈ, ਕਿਸ ਦੇ ਨਾਲ ਜੋੜਿਆ ਜਾ ਰਿਹਾ। ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਚਟੋਪਾਧਿਆ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹ ਮੁਸ਼ਕਿਲਾਂ ਕੀ ਨੇ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਖਾਨ ਸਾਹਿਬ। ਡਾਕਟਰ ਸਾਹਿਬ, ਜਿਵੇਂ ਹੀ ਇਲੈਕਸ਼ਨ ਨੇੜੇ ਆ ਰਹੇ ਨੇ ਤਾਂ ਉਵੇਂ ਹੀ ਸਿਆਸੀ ਸਰਗਰਮੀਆਂ ਤਾਂ ਤੇਜ਼ ਨੇ, ਪਰ ਵਾਰਦਾਤਾਂ ਦਾ ਵਧਣਾ ਵੀ ਲਾਜ਼ਮੀ ਹੋ ਚੁੱਕਿਆ। ਇੱਥੇ ਲਗਾਤਾਰ ਸੂਬੇ ਦੇ ਅੰਦਰ ਅਮਨ ਕਾਨੂੰਨ ਦੀ ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ, ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤੇ ਬੀਤੇ ਦਿਨੀ ਬੰਬ ਬਲਾਸਟ ਹੋਇਆ, ਜਿਸ ਦੇ ਨਾਲ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਸ ਦੀ ਚਰਚਾ ਹੋਣ ਲੱਗ ਪਈ ਆ। ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ, ਦਹਿਸ਼ਤ ਦਾ ਮਾਹੌਲ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਜਿਸ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ, ਇੱਕ ਦੀ ਮੌਤ ਦੀ ਖਬਰ ਸਾਹਮਣੇ ਆਈ ਆ। ਇਸ ਦੇ ਨਾਲ ਦਹਿਸ਼ਤ ਫੈਲਾਉਣ ਦਾ ਕੰਮ ਤਾਂ ਕੀਤਾ ਜਾ ਰਿਹਾ, ਪਰ ਕੀ ਇਸ ਨੂੰ ਸਿਆਸੀ ਕਨੈਕਸ਼ਨ ਮੰਨਿਆ ਜਾਵੇ? ਕਿਉਂਕਿ ਠੀਕ 2017 ਦੇ ਵਿੱਚ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਮੋੜ ਮੰਡੀ ਬਲਾਸਟ ਹੋਇਆ ਸੀ ਤੇ ਹੁਣ ਫਿਰ ਤੋਂ ਉਹੀ ਬੇਅਦਬੀਆਂ ਦਾ ਦੌਰ, ਬੇਅਦਬੀਆਂ ਸਾਹਮਣੇ ਆਈਆਂ। ਬੀਤੇ ਦਿਨ ਇੱਕ ਤੋਂ ਬਾਅਦ ਇੱਕ ਬੇਅਦਬੀ ਹੁੰਦੀ ਆ। 16 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲਦੇ ਨੇ। 18 ਦਸੰਬਰ ਨੂੰ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੁੰਦੀ ਆ, ਜਿਹੜੀ ਸ੍ਰੀ ਸਾਹਿਬ ਨੂੰ ਚੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਦੋਂ ਸਾਰਾ ਮਾਮਲਾ ਭਾਵੇਂ ਕਿ ਭੀੜ ਨੇ ਉਸੇ ਦੌਰਾਨ ਇਨਸਾਫ ਆਪਣੇ ਆਪ ਨੂੰ ਕਿਹਾ ਕਿ ਅਸੀਂ ਇਨਸਾਫ ਖੁਦ ਲੈ ਲਿਆ, ਕਿਉਂਕਿ ਸਰਕਾਰਾਂ ਤੋਂ ਭਰੋਸਾ ਨਹੀਂ। ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਣਾ, ਦੂਜੇ ਪਾਸੇ ਬੰਬ ਬਲਾਸਟ ਹੋਣਾ, ਕਿਸ ਤਰ੍ਹਾਂ ਦੇਖਦੇ ਹੋ? ਕੀ ਸਿਆਸੀ ਕਨੈਕਸ਼ਨ ਮੰਨੀਏ? ਖਾਨ ਸਾਹਿਬ ਦੇਖੋ, ਜਦੋਂ ਵੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ ਪਿੱਛੇ ਸਿਆਸੀ ਜਿਹੜੀ ਹੈਗੀ ਹੈ, ਇੱਕ ਦੂਜੇ ਦੀ ਖਿੱਚੋਤਾਣ ਜਿਹੜੀ ਹੈਗੀ ਹੈ, ਉਹ ਹਮੇਸ਼ਾ ਦੇਖਣ ਨੂੰ ਮਿਲੀ ਹੈ। ਤੁਸੀਂ ਮੌੜ ਬੰਬ ਧਮਾਕੇ ਦੀ ਗੱਲ ਕੀਤੀ ਹੈ, ਸੋ ਇਸ ਕਰਕੇ ਉਹਦਾ ਹਜੇ ਤੱਕ ਅਤਾ ਪਤਾ ਹੀ ਨਹੀਂ ਲੱਗਿਆ। ਅਜੇ ਤੱਕ ਉਹਦੇ ਉੱਤੇ ਸਿੱਟਾਂ ਤੇ ਸਿੱਟਾਂ ਬਣਦੀਆਂ ਗਈਆਂ, ਪਰ ਉਹ ਕਿਹਨੇ ਕੀਤਾ, ਕਿਹੜੀਆਂ ਏਜੰਸੀਆਂ ਉਹਦੇ ਵਿੱਚ ਸ਼ਾਮਲ ਸੀਗੀਆਂ, ਉਹ ਹਜੇ ਤੱਕ ਮਤਲਬ ਲੋਕਾਂ ਨੂੰ ਲਗਾਤਾਰ ਉਹਦੇ ਵਿੱਚ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹੀ ਜਿਹੜੀਆਂ ਗੱਲਾਂ ਹੁਣ ਵਾਪਰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਇਹ ਪੰਜਾਬ ਦੀ ਇੱਕ ਬਦਕਿਸਮਤੀ ਕਹਿ ਸਕਦੇ ਹਾਂ ਕਿ ਹਰ ਵਾਰੀ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ, ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ। ਚਾਹੇ ਉਹ ਪਿਛਲੇ ਵਾਰੀ ਆਪਾਂ ਸਾਰੇ ਜਾਣਦੇ ਆ ਕਿ ਚਾਹੇ ਜੰਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਪਾਕਿਸਤਾਨ ਨਾਲ ਜੰਗ ਹੀ ਲਗਾ ਦਿਓ, ਇਸ ਤਰ੍ਹਾਂ ਦਾ ਮਾਹੌਲ ਉਸ ਵੇਲੇ ਕ੍ਰੀਏਟ ਕੀਤਾ ਗਿਆ ਸੀਗਾ। ਔਰ ਤੁਹਾਨੂੰ ਯਾਦ ਹੋਏਗਾ ਕਿ ਵੱਖ-ਵੱਖ ਥਾਵਾਂ ਦੇ ਉੱਤੇ ਬੰਬ ਧਮਾਕੇ ਜਿਹੜੇ ਸੀਗੇ ਉਹ ਹੋਂਦ ਦੇ ਵਿੱਚ ਆਏ ਸੀਗੇ। ਔਰ ਇਸ ਤੋਂ ਵੀ ਪਹਿਲਾਂ ਜੇ ਆਪਾਂ ਦੇਖੀਏ ਕਿ ਲਗਾਤਾਰ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਵੇ, ਚਾਹੇ ਗੀਤਾ ਜੀ ਹੋਣ, ਚਾਹੇ ਕੁਰਾਨ ਸ਼ਰੀਫ ਜੀ ਹੋਣ, ਉਹਨਾਂ ਦੀ ਬੇਅਦਬੀ ਦੇ ਮਸਲੇ ਜਿਹੜੇ ਸੀਗੇ ਉਹ ਲਗਾਤਾਰ ਵਾਪਰਦੇ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਵੋਟਾਂ ਨੂੰ ਲੈ ਕੇ ਵੱਖ-ਵੱਖ ਏਜੰਸੀਆਂ ਜਿਹੜੀਆਂ ਨੇ ਉਹ ਪੋਲਰਾਈਜੇਸ਼ਨ ਕਰਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਲੋਕਾਂ ਦੇ ਭਾਈਚਾਰਕ ਸਾਂਝ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਅੱਜ ਵੀ ਇਹ ਇੱਕ ਸਿਲਸਿਲਾ ਜਾਰੀ ਹੈ ਔਰ ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ, ਆਪਸੀ ਹੋਂਦ ਹੈ, ਉਹਨਾਂ ਦੀ ਆਪਸੀ ਸਾਂਝ ਹੈ, ਉਸ ਨੂੰ ਵੰਡਣ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ, ਚਾਹੇ ਬੰਬ ਧਮਾਕਿਆਂ ਦੇ ਰਾਹੀਂ ਹੋਵੇ, ਚਾਹੇ ਬੇਅਦਬੀਆਂ ਦੇ ਸਿਲਸਿਲੇ ਨੂੰ ਲੈ ਕੇ ਹੋ ਜੇ। ਕਿਉਂਕਿ ਇਹਦਾ ਵੱਡਾ ਕਾਰਨ ਇਹੀ ਹੈ, ਜਦੋਂ ਅਸੀਂ ਕਾਰਨ ਦੀ ਤਲਾਸ਼ ਕਰਦੇ ਹਾਂ ਖਾਨ ਸਾਹਿਬ, ਕਿ ਇਹ ਵੱਖ-ਵੱਖ ਪਾਰਟੀਆਂ ਲੋਕਾਂ ਦੇ ਏਜੰਡਿਆਂ ਤੇ ਆਉਣਾ ਨਹੀਂ ਚਾਹੁੰਦੀਆਂ, ਲੋਕਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਇਹ ਸੋਲਵ ਨਹੀਂ ਕਰਨਾ ਚਾਹੁੰਦੀਆਂ। ਖਾਸ ਤੌਰ ਤੇ ਆਪਾਂ ਬੇਰੁਜ਼ਗਾਰੀ ਦਾ ਮੁੱਦਾ ਲੈ ਲਓ, ਔਰ ਇਹਦੇ ਮਹਿੰਗਾਈ ਦਾ ਮੁੱਦਾ ਲੈ ਲਓ, ਔਰ ਇਸੇ ਤਰ੍ਹਾਂ ਕਿਸਾਨੀ ਦਾ ਮੁੱਦਾ ਲੈ ਲਓ, ਇਸੇ ਤਰ੍ਹਾਂ ਤੁਸੀਂ ਐਜੂਕੇਸ਼ਨ ਦਾ, ਹੈਲਥ ਦਾ ਮੁੱਦਾ ਲੈ ਲਓ। ਯਾਨੀ ਕਿ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਨੇ ਉਹਨਾਂ ਤੋਂ ਧਿਆਨ ਭਟਕਾਉਣ ਦੀ ਇਹਨਾਂ ਦੀ ਕੋਸ਼ਿਸ਼ ਹਮੇਸ਼ਾ ਹੀ ਰਹੀ ਹੈ। 17 ਦੇ ਵਿੱਚ ਵੀ ਸੀਗੀ, ਉਸ ਤੋਂ ਪਹਿਲਾਂ ਵੀ ਜਦੋਂ ਚੋਣਾਂ ਦਾ ਮਾਹੌਲ ਦੇਖਦੇ ਹਾਂ
ਉਹਦੇ ਵਿੱਚ ਵੀ ਜਾਣੀ ਕਿ ਇਹਨਾਂ ਦਾ ਮਕਸਦ ਹੁੰਦਾ ਵੱਖ-ਵੱਖ ਪਾਰਟੀਆਂ ਦਾ, ਚਾਹੇ ਕੋਈ ਕਾਂਗਰਸ ਪਾਰਟੀ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਆਮ ਮੁੱਦਿਆਂ ਤੋਂ, ਬੇਸਿਕ ਮੁੱਦਿਆਂ ਤੋਂ, ਉਹਨਾਂ ਦੀਆਂ ਜਿਹੜੀਆਂ ਜ਼ਰੂਰੀ ਲੋੜਾਂ ਨੇ ਉਹਨਾਂ ਤੋਂ ਹਟ ਕੇ ਇਦਾਂ ਦੇ ਜਿਹੜੇ ਨੇ ਮਾਹੌਲ ਦੇ ਵਿੱਚ ਆ ਜਾਏ, ਲੋਕ ਇਦਾਂ ਦੇ ਭੰਬਲ ਭੂਸੇ ਦੇ ਵਿੱਚ ਪੈ ਜਾਣ, ਲੋਕ ਇਹ ਚਾਹੁਣ ਕਿ ਹੁਣ ਦੇਖੋ ਜੀ ਇਹ ਸਾਰਾ ਚੀਜ਼ਾਂ ਕਿਉਂ ਹੋ ਰਹੀਆਂ ਨੇ। ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਜਾਣਬੁੱਝ ਕੇ ਛੜਯੰਤਰ ਹੋ ਰਿਹਾ ਹੈ, ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਹੈ, ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਮਕਸਦਾਂ ਤੋਂ, ਉਹਨਾਂ ਦੇ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ। ਸੋ ਇਸ ਕਰਕੇ ਸਰਕਾਰਾਂ ਜਿਹੜੀਆਂ ਨੇ ਇਹ ਚਾਹੁੰਦੀਆਂ ਨੇ, ਚਾਹੇ ਕੋਈ ਵੀ ਵੱਖ-ਵੱਖ ਪਾਰਟੀਆਂ ਨੇ, ਉਹ ਵੀ ਇਹ ਚਾਹੁੰਦੀਆਂ ਨੇ ਕਿ ਲੋਕਾਂ ਦਾ ਧਿਆਨ ਇੱਧਰ ਲਾ ਕੇ ਅਸੀਂ ਆਪਣੀ ਕਾਰਵਾਈ ਕਰ ਦਈਏ, ਆਪਣੀ ਸੱਤਾ ਹਾਸਲ ਕਰ ਲਈਏ, ਔਰ ਉਸ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਕਿ ਠੀਕ ਠਾਕ ਹੋ ਜਾਏਗਾ ਮਾਹੌਲ 2 ਮਹੀਨਿਆਂ ਤੋਂ ਬਾਅਦ ਜਦੋਂ ਚੋਣਾਂ ਹੋ ਜਾਣਗੀਆਂ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਸਾਰੀ ਦੀ ਸਾਰਾ ਸਿਆਸਤ ਹੋ ਰਹੀ ਹੈ ਇਹਦੇ ਉੱਤੇ। ਸਿਆਸਤ ਇਸ ਲਈ ਹੋ ਰਹੀ ਹੈ ਕਿ ਲੋਕ ਹੁਣ ਰੁਜ਼ਗਾਰ ਮੰਗ ਰਹੇ ਨੇ, ਸੜਕਾਂ ਤੇ ਨੇ, ਆਪਾਂ ਸਾਰੇ ਜਾਣਦੇ ਹਾਂ, ਚਾਹੇ ਅਧਿਆਪਕ ਸਾਹਿਬਾਨ ਹੋਣ, ਚਾਹੇ ਕਰਮਚਾਰੀ ਹੋਣ, ਚਾਹੇ ਡਾਕਟਰਸ ਹੋਣ, ਚਾਹੇ ਕਿਸਾਨ ਹੋਣ, ਹਰ ਤਬਕਾ ਜਿਹੜਾ ਹੈਗਾ ਇਸ ਵੇਲੇ ਸੜਕਾਂ ਤੇ ਬੈਠਾ ਹੈ। ਸੋ ਉਹਨਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ, ਲੋਕਾਂ ਨੂੰ ਜਿਹੜਾ ਹੈਗਾ ਇੱਧਰ ਉੱਧਰ ਭਟਕਾ ਕੇ ਆਪਣੀਆਂ ਵੋਟਾਂ ਜਿਹੜੀਆਂ ਨੇ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਰਾਹੀਂ। ਖਾਨ ਸਾਹਿਬ ਜੀ, ਡਾਕਟਰ ਸਾਹਿਬ, ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਜਿਵੇਂ ਪਹਿਲਾਂ ਹੀ ਪੰਜਾਬ ਦੇ ਵਿੱਚ ਹਾਈ ਅਲਰਟ ਸੀ, 3 ਵਾਰ ਹਾਈ ਅਲਰਟ ਤੇ ਰਹਿ ਚੁੱਕਿਆ ਪੰਜਾਬ, ਉਸ ਦੇ ਬਾਵਜੂਦ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਪੁਲਿਸ ਪ੍ਰਸ਼ਾਸਨ ਜਿਹੜੀ ਆ ਉਸ ਦੇ ਵੱਲੋਂ ਕੋਈ ਅਜਿਹੇ ਇਸ ਤਰ੍ਹਾਂ ਦੇ ਕੋਈ ਕਹਿਣ ਦਾ ਭਾਵ ਆ ਕਿ ਪੁਲਿਸ ਸਤਰਕ ਨਹੀਂ ਸੀ। ਪੁਲਿਸ ਨੂੰ ਪਹਿਲਾਂ ਹਾਈ ਅਲਰਟ ਤੇ ਵੀ ਕਰ ਦਿੱਤਾ ਗਿਆ ਸੀ। ਪੰਜਾਬ ਦੇ ਵਿੱਚ ਖਤਰੇ ਸੀ ਕਿਉਂਕਿ ਲਗਾਤਾਰ ਬਾਰਡਰ ਤੇ ਪਾਰ ਤੋਂ, ਸਰਹੱਦੋਂ ਪਾਰੋਂ ਜਿਹੜੇ ਨੇ ਅਜਿਹੇ ਮਾਮਲੇ ਆ ਰਹੇ ਸੀ। ਕਦੇ ਡਰੋਨ ਦੇਖੇ ਜਾਂਦੇ ਸੀ, ਕਦੇ ਹੈਰੋਇਨ ਆਉਂਦੀ ਸੀ, ਨਸ਼ੇ ਦੀ ਤਸਕਰੀ ਹੁੰਦੀ ਸੀ, ਪਰ ਬਾਵਜੂਦ ਇਸ ਦੇ ਪੁਲਿਸ ਕਿਸ ਕੰਮ ਦੇ ਵਿੱਚ ਲੱਗੀ ਸੀ? ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਡੀਜੀਪੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਡੀਜੀਪੀ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਬੂ ਕਰਨਾ, ਪਰ ਡੀਜੀਪੀ ਤਾਂ ਸਿਰਫ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਕਿ ਬਾਦਲਾਂ ਨੂੰ ਕਿਸ ਤਰ੍ਹਾਂ ਫਸਾਇਆ ਜਾਵੇ, ਬਾਦਲਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ। ਕਿਤੇ ਨਾ ਕਿਤੇ ਸਵਾਲ ਉੱਠਣੇ ਲਾਜ਼ਮੀ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ, ਕਿਉਂਕਿ ਜਿਸ ਕੋਰਟ ਦੇ ਵਿੱਚ ਇਹ ਧਮਾਕਾ ਹੋਇਆ ਉਸ ਦੇ ਵਿੱਚ 6 ਤੋਂ 7 ਰਸਤੇ ਨੇ ਕਹਿੰਦੇ ਆਉਣ ਜਾਣ ਦੇ, ਪਰ ਕੈਮਰੇ ਵੀ ਲੱਗੇ ਨੇ, ਪਰ ਕੈਮਰੇ ਵਰਕਿੰਗ ਦੇ ਵਿੱਚ ਨਹੀਂ ਨੇ, ਕਿਸੇ ਦੀ ਆਉਣ ਜਾਣ ਵਾਲੇ ਦੀ ਚੈਕਿੰਗ ਨਹੀਂ ਹੁੰਦੀ। ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ। ਖਾਨ ਸਾਹਿਬ ਦੇਖੋ, ਜਿੱਥੋਂ ਤੱਕ ਸੁਖਬੀਰ ਬਾਦਲ ਹੋਰਾਂ ਨੇ ਸਵਾਲ ਚੁੱਕੇ ਨੇ, ਇਹੀ ਸਵਾਲ ਆਪਾਂ ਹੁਣੀ ਦੱਸ ਕੇ ਹਟਿਆ ਕਿ ਜਦੋਂ 17 ਦੇ ਵਿੱਚ ਉਹਨਾਂ ਦੀ ਸੱਤਾ ਸੀਗੀ, ਉਸ ਵੇਲੇ ਵੀ ਬੇਅਦਬੀਆਂ ਵੀ ਹੋਈਆਂ, ਇਸੇ ਤਰ੍ਹਾਂ ਦੇ ਬੰਬ ਧਮਾਕੇ ਵੀ ਹੋਏ, ਉਦੋਂ ਕਿਹਨਾਂ ਦੀ ਜ਼ਿੰਮੇਵਾਰੀ ਸੀ? ਸਵਾਲ ਤਾਂ ਪੰਜਾਬ ਦੇ ਲੋਕ ਇਸ ਵੇਲੇ ਪੁੱਛਣਾ ਚਾਹੁੰਦੇ ਨੇ। ਵੱਖ-ਵੱਖ ਜਿਹੜੀਆਂ ਸਰਕਾਰਾਂ ਹੁਣ ਤੱਕ ਰਹੀਆਂ ਨੇ, ਚਾਹੇ ਅਕਾਲੀ ਦਲ ਬੀਜੇਪੀ ਦੀ ਰਹੀ ਹੋਵੇ, ਚਾਹੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹੋਣ, ਕਿ ਜਦੋਂ ਇਹਨਾਂ ਦੇ ਸਮੇਂ ਸਾਰਾ ਚੀਜ਼ ਸੇਮ ਟੂ ਸੇਮ ਵਾਪਰਦਾ ਹੈ, ਉਦੋਂ ਵੀ ਇਸੇ ਤਰ੍ਹਾਂ ਬੰਬ ਧਮਾਕੇ ਹੁੰਦੇ ਨੇ, ਉਦੋਂ ਵੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ, ਉਦੋਂ ਵੀ ਲੋਕ ਜਿਹੜੇ ਨੇ, ਕਿਸਾਨ ਜਿਹੜੇ ਨੇ, ਆਮ ਲੋਕ, ਬਜ਼ੁਰਗ ਕਹਿ ਲਓ, ਬੱਚੇ ਕਹਿ ਲਓ, ਜਾਂ ਸਾਡੀਆਂ ਕਿਸਾਨ ਬੀਬੀਆਂ ਉਦੋਂ ਵੀ ਸੜਕਾਂ ਦੇ ਉੱਤੇ ਬੈਠਦੀਆਂ ਸੀਗੀਆਂ। ਉਦੋਂ ਵੀ ਸਾਡੇ ਅਧਿਆਪਕ ਸਾਹਿਬਾਨ ਜਿਹੜੇ ਸੀਗੇ ਬਠਿੰਡੇ ਜਾਂਦੇ ਸੀਗੇ ਜਾਂ ਲੰਬੀ ਜਾਂਦੇ ਸੀਗੇ ਕੁੱਟ ਖਾਣ ਦੇ ਲਈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣੇ ਨੇ, ਇੱਕ ਦੂਜੇ ਨੂੰ ਕਹਿਣਾ ਹੈ ਕਿ ਤੁਹਾਡਾ ਪੁਲਿਸ ਜਿਹੜੀ ਹੈਗੀ ਆ ਕੰਮ ਨਹੀਂ ਕਰ ਰਹੀ, ਤਾਂ ਸਵਾਲ ਪੈਦਾ ਹੁੰਦਾ ਕਿ ਤੁਹਾਡੀ ਜਦੋਂ ਸਰਕਾਰਾਂ ਹੁੰਦੀਆਂ ਨੇ ਉਦੋਂ ਪੁਲਿਸ ਕਿਉਂ ਨਹੀਂ ਕੰਮ ਕਰਦੀ, ਉਦੋਂ ਤੁਸੀਂ ਕਿਉਂ ਉਦੋਂ ਚੁੱਪ ਵੱਟ ਕੇ ਰੱਖਦੇ ਹੋ? ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਛੜਯੰਤਰ ਦੇ ਰਾਹੀਂ ਹੋ ਰਹੀਆਂ ਨੇ। ਵੱਖ-ਵੱਖ ਪਾਰਟੀਆਂ ਨੂੰ ਇਹ ਸੂਟ ਕਰਦਾ ਹੈ ਕਿ ਉਹਨਾਂ ਦੇ ਮੁੱਦਿਆਂ ਤੋਂ ਲੋਕ ਜਿਹੜੇ ਨੇ ਭੜਕ ਜਾਣ ਔਰ ਲੋਕ ਉਹਨਾਂ ਨੂੰ ਸਵਾਲ ਨਾ ਪੁੱਛ ਸਕਣ। ਚਾਹੇ ਬੁਨਿਆਦੀ ਸਵਾਲ ਕੀ ਨੇ ਖਾਨ ਸਾਹਿਬ, ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਪੰਜਾਬ ਦਾ ਬੱਚਾ ਜਿਹੜਾ ਹੈਗਾ ਤੰਗ ਹੈ ਸਰਕਾਰਾਂ ਤੋਂ, ਔਰ ਬਾਹਰ ਜਾਣ ਦੇ ਲਈ ਮਜਬੂਰ ਹੈ, ਔਰ ਆਪਣਾ ਮੁਲਕ ਛੱਡ ਕੇ, ਆਪਣਾ ਪ੍ਰਦੇਸ਼ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ ਉਹ ਬਾਹਰ ਜਾਣ ਦੇ ਲਈ ਮਜਬੂਰ ਹੋ ਰਿਹਾ ਹੈ। ਸੋ ਇਸ ਕਰਕੇ ਉਹਨਾਂ ਦੀਆਂ ਮਸਲੇ ਹੱਲ ਕਰਨੇ ਚਾਹੀਦੇ ਨੇ ਉਹਨਾਂ ਦੇ ਜਿਹੜੇ, ਕਿਉਂਕਿ ਇਸ ਵੇਲੇ ਏਜੰਡਾ ਤੁਸੀਂ ਲਿਆਉਣਾ ਹੈ ਚੋਣਾਂ ਦਾ ਏਜੰਡਾ ਤੁਸੀਂ ਐਜੂਕੇਸ਼ਨ ਲੈ ਕੇ ਆਓ, ਹੈਲਥ ਦੇ ਉੱਤੇ ਕੇਂਦਰਿਤ ਕਰੋ ਆਪਣੇ ਆਪ ਨੂੰ। ਇਸੇ ਤਰ੍ਹਾਂ ਤੁਸੀਂ ਜਿਹੜਾ ਲਾਅ ਐਂਡ ਆਰਡਰ ਦਾ ਮਸਲਾ ਹੈ ਉਹਦੇ ਉੱਤੇ ਆਪਣੇ ਜਿਹੜੇ ਨੇ ਕਾਰਵਾਈ ਕਰੋ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਸੁੱਟ ਕੇ ਲੋਕਾਂ ਨੂੰ ਬੁੱਧੂ ਬਣਾਉਣਾ, ਇਹ ਹੁਣ ਤੱਕ ਸਰਕਾਰਾਂ ਦਾ ਰਵੱਈਆ ਰਿਹਾ ਹੈ ਔਰ ਉਹੀ ਕੰਮ ਹੁਣ ਕਰ ਰਹੇ ਨੇ। ਪਹਿਲਾਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀਗੀ, ਉਹ ਵੀ ਇਹ ਸਵਾਲ ਜਿਸ ਕਿਸਮ ਦੇ ਸਵਾਲ ਅੱਜ ਸੁਖਬੀਰ ਬਾਦਲ ਕਾਂਗਰਸ ਤੇ ਕਰ ਰਹੇ ਨੇ,
ਪਹਿਲਾਂ ਕਾਂਗਰਸ ਸੁਖਬੀਰ ਬਾਦਲ ਤੇ ਕਰਦੀ ਸੀ, ਜਾਣੀ ਕਿ ਨਤੀਜਾ ਕੁਝ ਨਹੀਂ ਸੀ ਨਿਕਲਦਾ। ਸੋ ਇਸੇ ਕਰਕੇ ਜਿਵੇਂ ਆਪਾਂ ਮੌੜ ਬੰਬ ਦੀ ਤੁਸੀਂ ਗੱਲ ਕੀਤੀ ਹੈ, ਚਾਹੇ ਬੇਸ਼ੱਕ ਅਲਰਟ ਹਾਈ ਅਲਰਟ ਜਿਹੜਾ ਹੈਗਾ ਉਹ ਲਗਾਤਾਰ ਲੱਗਿਆ ਹੋਇਆ। ਸਾਰੇ ਜਾਣਦੇ ਆ ਕਿ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ, ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ। ਪਰ ਇਹ ਜਿਹੜੀਆਂ ਨੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਚਾਹੇ ਸੱਤਾ 'ਚ ਨੇ ਚਾਹੇ ਸੱਤਾ ਤੋਂ ਬਾਹਰ ਨੇ, ਉਹਨਾਂ ਨੂੰ ਕਿਸੇ ਵੀ ਕਿਸਮ ਦਾ ਫਿਕਰ ਨਹੀਂ ਹੈ। ਸਗੋਂ ਲੋਕਾਂ ਦਾ ਧਿਆਨ ਜਿਹੜਾ ਹੈਗਾ ਇਦਾਂ ਦੇ ਬੰਬ ਧਮਾਕਿਆਂ ਦੇ ਰਾਹੀਂ ਜਾਂ ਇਦਾਂ ਦੀਆਂ ਬੇਅਦਬੀਆਂ ਦੇ ਰਾਹੀਂ ਉਹਨਾਂ ਨੂੰ ਭੜਕਾਉਣ ਦੀ ਜ਼ਰੂਰ ਕੋਸ਼ਿਸ਼ ਹੈ। ਲੋਕ ਜਿਹੜੇ ਨੇ ਇਸ ਵੇਲੇ ਜਾਣ ਚੁੱਕੇ ਨੇ, ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਦੇ ਲੋਕ ਚੇਤੰਨ ਹੋ ਚੁੱਕੇ ਨੇ। ਹੁਣ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਜੇਕਰ ਉਹ ਖੜੇ ਕਰਦੇ ਆ ਸੁਖਬੀਰ ਬਾਦਲ ਸਾਹਿਬ, ਇਹਦਾ ਕੋਈ ਬਹੁਤਾ ਅਸਰ ਪੈਣ ਵਾਲਾ ਨਹੀਂ ਹੈ। ਹਾਂ, ਕਾਂਗਰਸ ਦੇ ਉੱਤੇ ਵੱਡੇ ਸਵਾਲ ਇਸ ਵੇਲੇ ਜ਼ਰੂਰ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਬਣਦੀ ਹੈ, ਔਰ ਕਿਉਂਕਿ ਪੰਜਾਬ ਇਸ ਵੇਲੇ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਤਾਂ ਸਾਰੀ ਜ਼ਿੰਮੇਵਾਰੀ ਇਹਦੇ ਵਿੱਚ ਸਰਕਾਰ ਦੀ ਬਣਦੀ ਹੈ। ਔਰ ਸਰਕਾਰ ਨੂੰ ਇਸ ਵੇਲੇ ਆਪਸੀ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ, ਔਰ ਸ਼ਾਂਤੀਪੂਰਵਕ ਵੋਟਾਂ ਦਾ ਜਿਹੜਾ ਹੈਗਾ ਸਿਲਸਿਲਾ ਉਹ ਨਿਰਵਿਘਨ ਜਿਹੜਾ ਹੈਗਾ ਖਤਮ ਹੋਣਾ ਚਾਹੀਦਾ ਹੈ। ਨਾ ਕਿ ਲੋਕਾਂ ਨੂੰ ਇਹ ਡਰ ਪਾ ਦਈਏ ਕਿ ਜੇ ਉਹਨਾਂ ਦਾ ਬਾਹਰ ਨਿਕਲਣਾ ਮੁਹਾਲ ਹੋ ਜੇ, ਲੋਕ ਡਰ ਕੇ ਅੰਦਰ ਬੈਠ ਜਾਣ, ਵੋਟਾਂ ਹੀ ਨਾ ਪਾਉਣ ਜਾਣ। ਸੋ ਇਦਾਂ ਦਾ ਮਾਹੌਲ ਜਿਹੜਾ ਹੈਗਾ ਇਹ ਭਾਰਤੀ ਲੋਕਤੰਤਰ ਦੇ ਲਈ, ਡੈਮੋਕ੍ਰੇਸੀ ਦੇ ਲਈ ਬੜਾ ਖਤਰਨਾਕ ਮਾਹੌਲ ਹੋ ਸਕਦਾ ਹੈ। ਇਸ ਤੋਂ ਬਚਣ ਦੀ ਲੋੜ ਹੈ ਖਾਨ ਸਾਹਿਬ ਜੀ। ਡਾਕਟਰ ਸਾਹਿਬ, ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਕਲੇਸ਼ ਚੱਲ ਰਿਹਾ, ਹੁਣ ਐਲਾਨ ਕਰ ਦਿੱਤਾ ਕਿ ਇੱਕ ਪਰਿਵਾਰ ਇੱਕ ਟਿਕਟ, ਜਿਵੇਂ ਕਿ ਆਪਾਂ ਪਹਿਲਾਂ ਵੀ ਆਪਣੇ ਕਈ ਪ੍ਰੋਗਰਾਮਾਂ ਦੇ ਵਿੱਚ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਕਾਂਗਰਸ ਦੇ ਕੀ ਇਸ ਘਮਾਸਾਨ ਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਦਾ ਜਿਹੜਾ ਐਲਾਨ ਹੋਵੇਗਾ। ਪਰ ਉਹ ਉਸ ਦੇ ਉੱਤੇ ਆਪਣੇ ਜਿਹੜੀ ਖਬਰ ਦੇ ਉੱਤੇ ਵੀ ਮੋਹਰ ਲੱਗ ਚੁੱਕੀ ਆ ਕਿ ਆਪਾਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਕਾਂਗਰਸ ਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਦਾ ਐਲਾਨ ਹੋਵੇਗਾ। ਸੋ ਵੱਡੇ ਸਵਾਲ ਇਹ ਨੇ ਕਿ ਇਸ ਇੱਕ ਪਰਿਵਾਰ ਇੱਕ ਟਿਕਟ ਦੇ ਐਲਾਨ ਤੋਂ ਬਾਅਦ ਕਿੰਨਾ ਕੁ ਕਲੇਸ਼ ਵੱਧ ਸਕਦਾ, ਕਿਉਂਕਿ ਕਾਦੀਆਂ ਸੀਟ ਦੇ ਉੱਤੇ ਫਤਿਹ ਜੰਗ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ ਨੇ, ਉਹਨਾਂ ਦੇ ਵਿੱਚੋਂ ਕੀ ਇੱਕ ਦੀ ਟਿਕਟ ਕੱਟੀ ਜਾਵੇਗੀ? ਦੂਜੇ ਪਾਸੇ ਬਸੀ ਪਠਾਣਾ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਕਿ ਉਹਨਾਂ ਦੀ ਟਿਕਟ ਕੱਟੀ ਜਾਵੇਗੀ। ਉਸ ਤੋਂ ਇਲਾਵਾ ਬ੍ਰਹਮ ਇੰਦਰਾ ਤੇ ਲਾਲ ਸਿੰਘ, ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਬਾਜਵਾ ਭਰਾ, ਕਿ ਇਹਨਾਂ ਦੇ ਵਿੱਚੋਂ ਕਿਸ ਕਿਸ ਦੀ ਟਿਕਟ ਕੱਟੀ ਜਾ ਸਕਦੀ ਹੈ? ਜੇਕਰ ਟਿਕਟ ਕੱਟੀ ਜਾਂਦੀ ਆ, ਕੀ ਪਾਰਟੀ ਦੇ ਵਿੱਚ ਬਗਾਵਤ ਹੋਵੇਗੀ ਜਾਂ ਫਿਰ ਜਿਨ੍ਹਾਂ ਦੀ ਟਿਕਟ ਕੱਟੀ ਜਾਂਦੀ ਆ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜਨਗੇ? ਖਾਨ ਸਾਹਿਬ, ਦੇਖੋ ਕਿ ਭਾਰਤੀ ਲੋਕਤੰਤਰ ਦੀ ਜਾਂ ਭਾਰਤੀ ਰਾਜਨੀਤੀ ਦੀ ਜਾਂ ਪੰਜਾਬ ਦੀ ਰਾਜਨੀਤੀ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਰਹੀ ਆ ਹੁਣ ਤੱਕ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕਿ ਇਹਦੇ ਵਿੱਚ ਸਿਆਸਤ ਨੂੰ ਵਿਰਾਸਤ ਨਾਲ ਜੋੜ ਦਿੱਤਾ ਗਿਆ। ਇਹਦਾ ਮਤਲਬ ਇਹੀ ਹੈ ਕਿ ਲਗਾਤਾਰ ਇੱਕੋ ਪੀੜ੍ਹੀ ਨੂੰ ਤੁਸੀਂ ਚਾਹੇ ਪੁੱਤ ਪੋਤੇ ਉਹਨਾਂ ਦੇ ਤੁਸੀਂ ਦੇਖ ਲਓ, ਅੱਜ ਕਿਸੇ ਵੇਲੇ ਉਹਨਾਂ ਦੇ ਜਿਹੜੇ ਆਪਾਂ ਜਦੋਂ ਗੱਲ ਕਰਦੇ ਆ ਕਾਂਗਰਸ ਦੀ ਤਾਂ ਕਾਂਗਰਸ ਦੇ ਵਿੱਚ ਕਿਸੇ ਵੇਲੇ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਰਹੇ, ਫਿਰ ਉਹਨਾਂ ਦੀ ਬੇਟੀ ਆਪਾਂ ਸਾਰੇ ਜਾਣਦੇ ਆ ਕਿ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਰਹੇ, ਫਿਰ ਉਹਨਾਂ ਦਾ ਬੇਟਾ ਰਾਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਰਹੇ, ਫਿਰ ਆਪਾਂ ਨੂੰ ਪਤਾ ਹੈ ਕਿ ਸੋਨੀਆ ਗਾਂਧੀ ਜੀ ਅੱਗੇ ਆਏ, ਫਿਰ ਰਾਹੁਲ ਜੀ, ਪ੍ਰਿੰਕਾ ਜੀ ਲਾਈਨ ਦੇ ਵਿੱਚ ਲੱਗੇ ਹੋਏ ਆ ਇਸ ਵੇਲੇ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਸਿਆਸਤ ਨੂੰ ਵਿਰਾਸਤ ਦੇ ਨਾਲ ਜਾਂ ਪਰਿਵਾਰਵਾਦ ਦੇ ਨਾਲ ਜੋੜ ਦੋਗੇ ਤਾਂ ਆਮ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਨਹੀਂ ਵੱਟੀਦਾ। ਸੋ ਇਹੀ ਕਾਰਨ ਹੈ ਕਿ ਵੱਡੀਆਂ ਵੱਡੀਆਂ ਪਾਰਟੀਆਂ ਇਸ ਵੇਲੇ, ਚਾਹੇ ਅਕਾਲੀ ਦਲ ਲੈ ਲਓ, ਇੱਕੋ ਪਰਿਵਾਰ ਦੇ ਜੀ ਜਿਹੜੇ ਨੇ ਅੱਗੇ ਆ ਰਹੇ ਨੇ। ਇਸੇ ਤਰ੍ਹਾਂ ਕਾਂਗਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਆਪ ਹੀ ਜ਼ਿਕਰ ਕੀਤਾ ਹੈ ਕਈ ਕਾਂਗਰਸੀਆਂ ਦਾ ਕਿ ਅੱਗੇ ਉਹਨਾਂ ਦੀਆਂ ਹੁਣ ਅੱਗੇ ਬੱਚਿਆਂ ਨੂੰ ਟਿਕਟਾਂ ਦੇ ਲਈ ਜਾਂ ਆਪਣੇ ਭਰਾਵਾਂ ਨੂੰ ਟਿਕਟਾਂ ਦੇ ਲਈ ਉਹ ਹੁਣ ਅੱਗੇ ਲਿਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਕੋਈ ਹੋਰ ਪਾਰਟੀ ਹੋਵੇ, ਇਹਨਾਂ ਨੇ ਪਰਿਵਾਰਵਾਦ ਨੂੰ बढ़ावा ਦਿੱਤਾ ਹੈ। ਔਰ ਨਤੀਜਾ ਕੀ ਨਿਕਲਿਆ ਹੈ ਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਇਸ ਵੇਲੇ ਉਹ ਇੱਕੋ ਪਰਿਵਾਰ ਦੇ ਜਾਂ ਕੁਝ ਪਰਿਵਾਰਾਂ ਦੇ ਹੱਥਾਂ ਵਿੱਚ ਚਲੀ ਗਈ ਹੈ। ਸੋ ਹੁਣ ਉਹੀ ਪਰਿਵਾਰ ਜਿਹੜੇ ਨੇ ਪੰਜਾਬ ਨੂੰ ਦੁਬਾਰਾ ਫੇਰ ਚਲਾਉਣਾ ਚਾਹੁੰਦੇ ਨੇ, ਉਹ ਚਾਹੇ ਐਮਐਲਏਸ਼ਿਪ ਹੋਵੇ, ਚਾਹੇ ਮੰਤਰੀਸ਼ਿਪ ਹੋਵੇ ਜਾਂ ਕੁਝ ਹੋਰ ਹੋਵੇ, ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਸੱਤਾ ਉਹਨਾਂ ਨੂੰ ਹਾਸਲ ਹੋਣੀ ਚਾਹੀਦੀ ਹੈ, ਉਹ ਆਪਣੇ ਪਰਿਵਾਰ ਦੇ ਲੀਡਰਾਂ ਨੂੰ ਅੱਗੇ ਕਰਨਾ ਚਾਹੁੰਦੇ ਨੇ, ਆਪਣੇ ਪਰਿਵਾਰ ਦੇ ਲੀਡਰਾਂ ਨੂੰ ਵੱਧ ਤੋਂ ਵੱਧ ਟਿਕਟਾਂ ਦਿਵਾਉਣੀਆਂ ਚਾਹੁੰਦੇ ਨੇ, ਕਿਉਂਕਿ ਇਹਦੇ ਵਿੱਚ ਪੈਸਾ ਇੰਨਾ ਇਨਵੋਲਵ ਹੋ ਗਿਆ ਕਿ ਇਹਦੇ ਵਿੱਚ ਕਰੋੜਾਂ ਅਰਬਾਂ ਰੁਪਈਆ ਜਦੋਂ ਤੁਸੀਂ ਖਰਚੋਗੇ ਤਾਂ ਉਹੀ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਕੋਲੇ ਪੈਸਾ ਹੈ। ਸੋ ਇਹਦਾ ਨਤੀਜਾ ਕੀ ਹੈ ਕਿ ਕਿਉਂਕਿ ਇਹਨਾਂ ਨੇ ਆਪਣੀ ਵਿਰਾਸਤ ਨੂੰ ਜਾਂ ਆਪਣੀ ਸਿਆਸਤ ਨੂੰ ਆਪਾਂ ਕਹਿ ਸਕਦੇ ਹਾਂ
ਕਿ ਇੱਕ ਬਿਜ਼ਨਸ ਦਾ ਢੰਗ ਵੀ ਬਣ ਗਿਆ ਹੈ ਕਿ ਪਹਿਲਾਂ ਪੈਸੇ ਲਾਓ ਔਰ ਉਸ ਤੋਂ ਬਾਅਦ ਪੈਸੇ ਕਮਾਓ ਤੇ ਅਗਲੀ ਵਾਰ ਫਿਰ ਦੁਬਾਰਾ ਜਿਹੜਾ ਹੈਗਾ ਪੈਸੇ ਲਾਓ, ਖਰਚ ਕੇ ਫਿਰ ਦੁਬਾਰਾ ਤੁਸੀਂ ਮੁਨਾਫਾ ਕਮਾਓ। ਸੋ ਜਦੋਂ ਤੁਸੀਂ ਸੇਵਾ ਦੀ ਬਜਾਏ ਮੁਨਾਫਾ ਕਮਾਉਣ ਦੀ ਆਦਤ ਪੈ ਜੇ ਤੁਹਾਨੂੰ ਸਿਆਸਤ ਦੇ ਰਾਹੀਂ, ਤਾਂ ਲਾਜ਼ਮੀ ਤੌਰ ਤੇ ਇਹਦੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ। ਸੋ ਇਹੀ ਕਾਰਨ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਵੱਡਾ ਘਮਸਾਨ ਮਚਿਆ ਹੋਇਆ ਹੈ ਕਿ ਕਾਂਗਰਸ ਵਾਲੇ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਇੱਕ ਪਰਿਵਾਰ ਦੇ ਇੱਕੋ ਹੀ ਬੰਦੇ ਨੂੰ ਟਿਕਟ ਦੇਵਾਂਗੇ, ਪਰ ਦੂਜੇ ਪਾਸੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਖਿੱਚੋਤਾਣ ਹੈ ਉਹਦੇ ਵਿੱਚ ਇੱਕ ਪਰਿਵਾਰ ਦੇ ਕਈ ਬੰਦੇ, ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇੱਕੋ ਪਰਿਵਾਰ ਦੇ ਲੋਕਾਂ ਨੂੰ ਨੌਕਰੀਆਂ ਅੱਗੇ ਦਿੱਤੀਆਂ ਗਈਆਂ, ਚਾਹੇ ਅਲੱਗ-ਅਲੱਗ ਆਪਾਂ ਵਿਧਾਨ ਸਭਾ ਦੀਆਂ ਜਦੋਂ ਅਸੀਂ ਐਮਐਲਏ ਸਾਹਿਬਾਨ ਦੇਖਦੇ ਹਾਂ ਉਹਨਾਂ ਦੇ ਪੁੱਤਰਾਂ ਨੂੰ ਹੀ ਅੱਗੇ ਜਿਹੜਾ ਹੈਗਾ ਵੱਡੀਆਂ ਨੌਕਰੀਆਂ ਮਿਲਦੀਆਂ ਰਹੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਨੂੰ ਜਾਂ ਬਾਕੀ ਪਾਰਟੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਤੁਸੀਂ ਪਰਿਵਾਰਵਾਦ ਜਾਂ ਆਪਸੀ ਜਿਹੜੀ ਇਦਾਂ ਦੀਆਂ ਗੱਲਾਂ ਕਰਕੇ ਤੁਸੀਂ ਇੱਕੋ ਹੀ ਪਰਿਵਾਰ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹਦੇ ਨਾਲ ਜਿਹੜਾ ਲੋਕਤੰਤਰ ਹੈ, ਤੁਹਾਡਾ ਭਾਰਤੀ ਲੋਕਤੰਤਰ ਹੈ, ਉਹਦੇ ਉੱਤੇ ਵੱਡੇ ਸਵਾਲ ਚੁੱਕਣੇ ਲਾਜ਼ਮੀ ਨੇ। ਸੋ ਇਸ ਵੇਲੇ ਪੰਜਾਬ ਦੇ ਲੋਕ ਵੱਡੇ ਸਵਾਲ ਇਹਨਾਂ ਪਾਰਟੀਆਂ ਦੇ ਚੁੱਕਣਾ ਚਾਹੁੰਦੇ ਨੇ ਔਰ ਜਦੋਂ ਇਹ ਪਾਰਟੀਆਂ ਟਿਕਟਾਂ ਲੈ ਕੇ ਆਪਣੇ ਪਰਿਵਾਰ ਨੂੰ ਵਧਾਉਣ ਦੇ ਲਈ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਵਾ ਕੇ, ਪਿਛਲੇ ਵਾਰੀ ਵੀ ਇਦਾਂ ਹੀ ਹੁੰਦਾ ਰਿਹਾ, ਆਪਾਂ ਸਾਰੇ ਜਾਣਦੇ ਆ ਕਿ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਟਿਕਟਾਂ ਮਿਲਦੀਆਂ ਰਹੀਆਂ ਨੇ। ਇੱਕ ਪਾਸੇ ਤੁਸੀਂ ਦੇਖੋ ਕਿ ਮਹਾਰਾਜਾ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਉਹਨਾਂ ਦੀ ਧਰਮ ਪਤਨੀ ਨੂੰ ਆਪਾਂ ਸਾਰੇ ਜਾਣਦੇ ਆ ਕਿ ਐਮਪੀ ਦੀ ਸੀਟ ਲੜਾਈ ਗਈ, ਪਟਿਆਲੇ ਤੋਂ ਹੀ ਲੜਾਈ ਗਈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਬੇਸ਼ੱਕ ਕਿਹਾ ਜ਼ਰੂਰ ਜਾ ਰਿਹਾ ਹੈ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਮਿਲੇਗੀ, ਪਰ ਕਿਤੇ ਨਾ ਕਿਤੇ ਤੁਹਾਨੂੰ ਸਮਝੌਤਾ ਹੁੰਦਾ ਵੀ ਨਜ਼ਰ ਆਏਗਾ ਇਹ ਖਾਸ ਤੌਰ ਤੇ ਕਾਂਗਰਸ ਦੇ ਵਿੱਚ। ਸੋ ਉਮੀਦ ਹੈ ਕਿ ਇਹ ਜਿਹੜਾ ਹੈਗਾ ਹਰ ਪਾਰਟੀ ਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ ਹੈ ਕਿ ਚਾਹੇ ਕੋਈ ਵੀ ਵੱਡਾ ਲੀਡਰ ਹੋਵੇ ਚਾਹੇ ਛੋਟਾ ਲੀਡਰ ਹੋਵੇ, ਉਸ ਪਰਿਵਾਰ ਦੇ ਇੱਕ ਬੰਦੇ ਨੂੰ ਇੱਕੋ ਹੀ ਟਿਕਟ ਜਿਹੜੀ ਹੈਗੀ ਹੈ ਮਿਲਣੀ ਚਾਹੀਦੀ ਹੈ। ਚੰਗੀ ਗੱਲ ਹੈ, ਪਰ ਇਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਪਾਰਟੀਆਂ ਖਰੀਆਂ ਨਹੀਂ ਉਤਰਦੀਆਂ ਰਹੀਆਂ। ਇਹਦੇ ਵਿੱਚ ਤੋੜ ਭੰਨ ਜਿਹੜੀ ਹੈਗੀ ਹੈ ਇਸ ਲਾਅ ਦੇ ਵਿੱਚ ਹੁੰਦੀ ਰਹੀ ਹੈ ਅਕਸਰ। ਸੋ ਇਸ ਕਰਕੇ ਹੁਣ ਵੀ ਹੋਏਗੀ, ਹੁਣ ਵੀ ਇਹੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਕਿ ਕਾਂਗਰਸ ਆਪਣੇ ਵਾਅਦੇ ਤੋਂ ਕਿਤੇ ਨਾ ਕਿਤੇ ਮੁੱਕਰਦੀ ਤੁਹਾਨੂੰ ਕਿਸੇ ਸਮੇਂ ਨਜ਼ਰ ਆਏਗੀ। ਖਾਨ ਸਾਹਿਬ ਜੀ, ਡਾਕਟਰ ਸਾਹਿਬ ਗੱਲ ਕੀਤੀ ਜਾਵੇ ਬਿਕਰਮ ਮਜੀਠੀਆ ਦੀ, ਤਾਂ ਬਿਕਰਮ ਮਜੀਠੀਆ ਦੇ ਵੱਲੋਂ ਅਗਾਊ ਜ਼ਮਾਨਤ ਅਰਜੀ ਦਾਇਰ ਕਰ ਦਿੱਤੀ ਹੈ। ਤਕਰੀਬਨ 31 ਤੋਂ 32 ਪੰਨਿਆਂ ਦੀ ਉਸ ਅਰਜੀ ਦੇ ਵਿੱਚ ਬਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਵੱਡੇ ਜਿਹੜੇ ਖੁਲਾਸੇ ਕੀਤੇ ਗਏ ਨੇ। ਉਹਨਾਂ ਦੇ ਵਿੱਚ ਇੱਕ ਵੀਡੀਓਆਂ ਨੇ ਜਿਹੜੀਆਂ ਕਲਿੱਪ ਵੀਡੀਓ ਦੇ ਅਟੈਚ ਕੀਤੇ ਗਏ ਨੇ, ਭਾਵੇਂ ਕਿ ਉਹ ਚਰਨਜੀਤ ਚੰਨੀ ਦੇ ਕਲਿੱਪ ਹੋਣ, ਨਵਜੋਤ ਸਿੰਘ ਸਿੱਧੂ ਦੇ ਕਲਿੱਪ ਹੋਣ, ਉਹ ਅਟੈਚ ਕੀਤੇ ਗਏ ਤੇ ਨਾਲ ਹੀ ਡੀਜੀਪੀ ਚਟੋਪਾਧਿਆ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਡੀਜੀਪੀ ਦੀ ਅਕਾਲੀ ਦਲ ਦੇ ਨਾਲ ਪੁਰਾਣੀ ਰੰਜਿਸ਼ ਹੈ, ਜਿਸ ਦੇ ਚੱਲਦਿਆਂ ਡੀਜੀਪੀ ਨੇ ਅਜਿਹਾ ਕੀਤਾ। ਤੇ ਨਾਲ ਹੀ ਡੀਜੀਪੀ ਦੇ ਉੱਤੇ ਇਹ ਵੀ ਸਵਾਲ ਖੜੇ ਕੀਤੇ ਨੇ ਕਿ ਡੀਜੀਪੀ ਸਰਕਾਰ ਦੀ ਕਠਪੁਤਲੀ ਹੈ, ਕਿ ਸਰਕਾਰ ਦੇ ਵਿੱਚ ਜੋ ਕੁਝ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਉਹੀ ਕਰਦੇ ਨੇ। ਲਾਅ ਐਂਡ ਆਰਡਰ ਦਾ ਜਿਵੇਂ ਪਹਿਲਾਂ ਹੀ ਆਪਾਂ ਜ਼ਿਕਰ ਕਰ ਚੁੱਕੇ ਨੇ, ਅਕਾਲੀ ਦਲ ਦੇ ਵੱਲੋਂ ਇਹ ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਅਰਜੀ ਦੇ ਵਿੱਚ ਵੱਡੇ ਸਵਾਲ ਡੀਜੀਪੀ ਦੇ ਉੱਤੇ ਚੁੱਕੇ ਨੇ, ਸਰਕਾਰ ਦੇ ਉੱਤੇ ਚੁੱਕੇ ਨੇ। ਅੱਜ ਮੁੜ ਤੋਂ ਜਿਸ ਦੀ ਸੁਣਵਾਈ ਹੋਣ ਜਾ ਰਹੀ ਹੈ। ਜੀ ਖਾਨ ਸਾਹਿਬ, ਦੋਨੋਂ ਹੀ ਪਾਰਟੀਆਂ ਸਿਆਸਤ ਖੇਡਦੀਆਂ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਕਾਂਗਰਸ ਪਾਰਟੀ ਇਹ ਦੱਸਣਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਤਾਂ ਜੋ ਕਿਹਾ ਸੀ ਉਹ ਕਰਕੇ ਦਿਖਾਤਾ, ਯਾਨੀ ਕਿ ਅਸੀਂ ਕਿਹਾ ਸੀਗਾ ਕਿ ਜਿਹੜੇ ਤਸਕਰ ਨੇ ਨਸ਼ੇ ਦੇ ਉਹ ਵੱਡੇ ਮਗਰਮੱਛ ਨੇ, ਅਸੀਂ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ, ਉਹ ਅਸੀਂ ਦੇ ਰਹੇ ਹਾਂ। ਸੋ ਦੂਜੇ ਪਾਸੇ ਅਕਾਲੀ ਦਲ ਕੀ ਚਾਹੁੰਦਾ ਹੈ? ਅਕਾਲੀ ਦਲ ਇਹੀ ਚਾਹੁੰਦਾ ਹੈ ਕਿ ਸਾਨੂੰ ਜਿਹੜਾ ਹੈਗਾ ਧੱਕੇ ਨਾਲ ਫਸਾਇਆ ਜਾ ਰਿਹਾ ਹੈ ਔਰ ਇਹਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਔਰ ਇਸੇ ਬਿਨਾਹ ਦੇ ਉੱਤੇ ਹੁਣ ਉਹ ਅਦਾਲਤ ਦੇ ਵਿੱਚ ਚਲੇ ਗਏ ਔਰ ਇਹੀ ਕਹਿ ਰਹੇ ਨੇ ਕਿ ਅਸੀਂ ਲਗਾਤਾਰ ਇਸ ਸਾਰੀ ਚੀਜ਼ ਨੂੰ ਸਮਝਦੇ ਹੋਏ ਇਹਦੇ ਉੱਤੇ ਰਾਜਨੀਤੀ ਤੁਹਾਨੂੰ ਨਹੀਂ ਕਰਨ ਦੇਵਾਂਗੇ। ਕਾਂਗਰਸ ਦੇ ਉੱਤੇ ਵੱਡੇ ਉਹਨਾਂ ਨੇ ਇਲਜ਼ਾਮ ਲਗਾਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਜਦੋਂ ਹੋ ਰਹੀਆਂ ਨੇ ਤਾਂ ਇਹਦੇ ਵਿੱਚ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜਦੋਂ ਸਿਆਸਤ ਕਰਦੀ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਲੋਕ ਇਹਨਾਂ ਦੋਵਾਂ ਪਾਰਟੀਆਂ ਤੋਂ ਇਹੀ ਪੁੱਛਣਾ ਚਾਹੁੰਦੇ ਨੇ ਕਿ ਇਸ ਵੇਲੇ ਜਦੋਂ ਬਿਲਕੁਲ ਸਿਖਰ ਤੇ ਨੇ ਤਾਂ ਉਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ 4 ਸਾਲ 4.5 ਸਾਲ ਪਹਿਲਾਂ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਵੇਲੇ ਇਹ ਕਾਰਵਾਈਆਂ ਕਿਉਂ ਨਹੀਂ ਹੋਈਆਂ, ਉਸ ਵੇਲੇ ਕਿਉਂ ਸਾਰਾ ਕੁਝ ਨਹੀਂ ਕੀਤਾ ਗਿਆ, ਉਸ ਵੇਲੇ ਇਸ ਨੂੰ ਠੰਡੇ ਬਸਤੇ ਦੇ ਵਿੱਚ ਕਿਉਂ ਪਾ ਦਿੱਤਾ ਗਿਆ, ਉਸ ਵੇਲੇ ਜਿਹੜੀਆਂ ਫਾਈਲਾਂ ਚਾਹੇ ਈਡੀ ਦੀਆਂ ਫਾਈਲਾਂ ਹੋਣ, ਚਾਹੇ ਸਿੱਟ ਦੀਆਂ ਫਾਈਲਾਂ ਹੋਣ, ਚਾਹੇ ਹੋਰ ਜਿਹੜੀਆਂ ਵੱਖ-ਵੱਖ ਕਮੇਟੀਆਂ ਬਣੀਆਂ ਸੀਗੀਆਂ ਉਸ ਵੇਲੇ ਜਾਂ ਬਣਾਈਆਂ ਗਈਆਂ ਸੀਗੀਆਂ, ਉਹਨਾਂ ਨੂੰ ਠੰਡੇ ਬਸਤੇ ਵਿੱਚ ਲਿਫਾਫੇ ਵਿੱਚ
ਕਿਉਂ ਬੰਦ ਰੱਖਿਆ ਗਿਆ ਔਰ ਉਹ ਲਿਫਾਫੇ ਹੁਣੀ ਕਿਉਂ ਖੋਲੇ ਗਏ? ਇਹ ਵੱਡੇ ਸਵਾਲ ਪੰਜਾਬ ਦੇ ਲੋਕ ਇਸ ਵੇਲੇ ਪੁੱਛਣਾ ਚਾਹੁੰਦੇ ਨੇ ਕਿ ਇਹਦੇ ਉੱਤੇ ਰਾਜਨੀਤੀ ਨਾ ਕਰੋ। ਇਹ ਜੇਕਰ ਤੁਹਾਡੀ ਨੀਤ ਸਾਫ਼ ਹੁੰਦੀ ਕਾਂਗਰਸ ਦੀ ਤਾਂ ਅੱਜ ਤੋਂ 4.5 ਸਾਲ ਪਹਿਲਾਂ ਇਹੀ ਕੰਮ ਹੋ ਸਕਦਾ ਸੀਗਾ। ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਅਕਾਲੀ ਦਲ ਹੁਣ ਕਹਿ ਰਿਹਾ ਕਿ ਡੀਜੀਪੀ ਜਿਹੜੇ ਨੇ ਉਹ ਸਿਆਸਤ ਦੇ ਪ੍ਰਭਾਵ ਥੱਲੇ ਨੇ। ਆਪਾਂ ਇਹੀ ਸਵਾਲ ਪੁੱਛਣਾ ਚਾਹੁੰਦੇ ਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਔਰ ਸੈਣੀ ਸਾਹਿਬ ਡੀਜੀਪੀ ਸੀਗੇ, ਕੀ ਸੈਣੀ ਸਾਹਿਬ ਉਦੋਂ ਅਕਾਲੀ ਦਲ ਦੇ ਪ੍ਰਭਾਵ ਦੇ ਵਿੱਚ ਨਹੀਂ ਸੀਗੇ? ਇਹ ਸਵਾਲ ਜਿਹੜੇ ਨੇ ਪੰਜਾਬ ਦੇ ਲੋਕ ਇਸ ਵੇਲੇ ਪੁੱਛਣਾ ਚਾਹੁੰਦੇ ਨੇ। ਇੱਕ ਦੂਜੇ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਬੁੱਧੂ ਨਾ ਬਣਾਉਣ, ਲੋਕਾਂ ਨੂੰ ਜਿਹੜਾ ਹੈਗਾ ਇਦਾਂ ਭੰਬਲ ਭੂਸਿਆਂ ਚ ਪਾ ਕੇ ਹੁਣ ਇਹ ਕਹਿਣਾ ਜੀ ਹੁਣ ਤੁਹਾਡਾ ਡੀਜੀਪੀ ਜਿਹੜਾ ਹੈਗਾ ਤੁਹਾਡੇ ਕੰਟਰੋਲ 'ਚ ਹੈ। ਉਸ ਵੇਲੇ ਜਦੋਂ ਤੁਹਾਡਾ ਡੀਜੀਪੀ, ਤੁਸੀਂ ਜਦੋਂ ਡੀਜੀਪੀ ਆਪਣਾ ਪੋਲੀਟੀਕਲ ਜ਼ੋਰ ਦੇ ਨਾਲ ਲਾਉਂਦੇ ਸੀਗੇ ਔਰ ਉਹ ਤੁਹਾਡੀ ਹੀ ਬੋਲੀ ਬੋਲਣੀ ਹੈ। ਨੈਚੁਰਲੀ ਕੁਦਰਤੀ ਗੱਲ ਹੈ ਕਿ ਜਿਹੜੀ ਅਫਸਰਸ਼ਾਹੀ ਹੁੰਦੀ ਹੈ, ਜਿਸ ਕਿਸਮ ਦੀ ਸਿਆਸਤ ਹੋਏਗੀ ਉਸੇ ਤਰ੍ਹਾਂ ਦੀ ਅਫਸਰਸ਼ਾਹੀ ਹੋਏਗੀ। ਸੋ ਅਫਸਰਸ਼ਾਹੀ ਨੂੰ ਆਪਾਂ ਸਿਆਸਤ ਤੋਂ ਨਿਖੇੜ ਕੇ ਨਹੀਂ ਵੇਖ ਸਕਦੇ। ਸੋ ਉਹੀ ਗੱਲ ਹੁਣ ਹੋ ਰਹੀ ਹੈ, ਪਹਿਲਾਂ ਵੀ ਹੋ ਰਹੀ ਸੀਗੀ। ਪਰ ਸਵਾਲ ਤਾਂ ਵੱਡੇ ਇਹੀ ਨੇ ਇਸ ਵੇਲੇ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਕਿ ਜੇਕਰ ਹੁਣ ਇਸ ਵੇਲੇ ਜਦੋਂ ਐਨ ਸਿਖਰ ਤੇ ਆ ਗਿਆ ਇਲੈਕਸ਼ਨਾਂ ਦਾ ਦੌਰ, ਤਾਂ ਉਸ ਵੇਲੇ ਇਹ ਕਾਰਵਾਈਆਂ ਕਿਉਂ? ਪਹਿਲਾਂ ਕਿਉਂ ਨਹੀਂ? ਪਹਿਲਾਂ ਕਿਉਂ ਜਿਹੜਾ ਹੈਗਾ ਇਹਨੂੰ ਠੰਡੇ ਬਸਤੇ ਵਿੱਚ ਜਾਣਬੁੱਝ ਕੇ ਰੱਖਿਆ ਗਿਆ? ਸਗੋਂ ਹਾਈ ਕੋਰਟ ਨੇ ਬਾਰ-ਬਾਰ ਤੁਹਾਨੂੰ ਕਿਹਾ, ਸਰਕਾਰ ਨੂੰ ਬਾਰ-ਬਾਰ ਇਹ ਜਿਹੜੀ ਹੈਗੀ ਆ ਕਿਹਾ ਕਿ ਭਾਈ ਤੁਸੀਂ ਸਾਡੀ ਇੰਤਜ਼ਾਰ ਕਿਉਂ ਕਰ ਰਹੇ ਹੋ, ਤੁਸੀਂ ਆਪਣੀ ਕਾਰਵਾਈ ਕਿਉਂ ਨਹੀਂ ਕਰ ਰਹੇ? ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੇ ਸਵਾਲ ਦੋਨਾਂ ਪਾਰਟੀਆਂ ਦੇ ਉੱਤੇ ਪੰਜਾਬ ਦੇ ਲੋਕ ਇਸ ਵੇਲੇ ਚੁੱਕਣਾ ਚਾਹੁੰਦੇ ਨੇ, ਇਹਨਾਂ ਤੋਂ ਪੁੱਛਣਾ ਚਾਹੁੰਦੇ ਨੇ। ਇਹਦੇ ਉੱਤੇ ਰਾਜਨੀਤੀ ਨਾ ਕਰੋ। ਤੁਸੀਂ ਜੇਕਰ ਤੁਹਾਡੀਆਂ ਨੀਤ ਔਰ ਨੀਤੀਆਂ ਸਾਫ਼ ਹੋਣਗੀਆਂ ਤਾਂ ਲਾਜ਼ਮੀ ਤੌਰ ਤੇ ਇਹ ਮਸਲਾ ਹੱਲ ਹੋਏਗਾ। ਨਹੀਂ ਤਾਂ ਇਦਾਂ ਲੋਕਾਂ ਨੂੰ ਉਲਝਾ ਕੇ ਆਪਸ ਦੇ ਵਿੱਚ ਲੜਾ ਕੇ ਇਦਾਂ ਬੰਬ ਫਟਾ ਕੇ ਔਰ ਬੇਅਦਬੀਆਂ ਕਰਵਾ ਕੇ ਲੋਕਾਂ ਦਾ ਧਿਆਨ ਜਿਹੜਾ ਹੈਗਾ ਇੱਧਰ ਉੱਧਰ ਕਰਕੇ ਆਪਣੀਆਂ ਵੋਟਾਂ ਪਵਾ ਲਈਆਂ ਜਾਣਗੀਆਂ ਔਰ ਦੁਬਾਰਾ ਫੇਰ ਸੱਤਾ 'ਚ ਆ ਜਾਣਗੇ ਇਹੀ ਲੋਕ। ਤੁਸੀਂ ਦੇਖੋਗੇ ਕਿ ਇਹੀ ਚਿਹਰੇ ਜਿਹੜੇ ਨੇ ਪੱਗਾਂ ਬਦਲ ਕੇ ਨਵੇਂ ਤਰੀਕੇ ਦੇ ਨਾਲ ਆਪਣੀ ਸੱਤਾ ਚਾਉਣਗੇ ਔਰ ਪੰਜਾਬ ਉਸੇ ਤਰ੍ਹਾਂ ਜਿਹੜੇ ਕਿ ਪੰਜਾਬੀ ਲੋਕ ਜਿਹੜੇ ਨੇ ਉਸੇ ਤਰ੍ਹਾਂ ਲੁੱਟੇ ਪੁੱਟੇ ਜਾਣਗੇ, ਉਸੇ ਤਰ੍ਹਾਂ ਦਾ ਸਿਸਟਮ ਚੱਲਦਾ ਰਹੇਗਾ। ਸੋ ਬਦਲਾਅ ਜਿਹੜਾ ਆਪਾਂ ਕਹਿੰਦੇ ਆ ਕਿ ਬਦਲਾਅ ਆਉਣਾ ਚਾਹੀਦਾ, ਉਹ ਬਦਲਾਅ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਖਾਨ ਸਾਹਿਬ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਬਿਲਕੁਲ ਡਾਕਟਰ ਸਾਹਿਬ ਨੇ ਜਿਵੇਂ ਅਖੀਰ ਦੇ ਵਿੱਚ ਕਿਹਾ ਕਿ ਪੱਗਾਂ ਦੇ ਰੰਗ ਬਦਲੇ ਜਾਂਦੇ ਨੇ, ਸਰਕਾਰਾਂ ਬਦਲਦੀਆਂ ਨੇ, ਚਿਹਰੇ ਉਹੀ ਹੁੰਦੇ ਨੇ। ਇਸੇ ਤਰ੍ਹਾਂ ਹੀ ਪਰ ਸਰਕਾਰਾਂ ਜ਼ਰੂਰ ਬਦਲਦੀਆਂ ਨੇ, ਲੋਕਾਂ ਦੇ ਮੁੱਦੇ ਜਿਉਂ ਦੇ ਤਿਉਂ ਹੀ ਖੜੇ ਨੇ। ਲੋੜ ਹੈ ਅੱਜ ਲੋਕਾਂ ਨੂੰ ਸਮਝਦਾਰ ਹੋਣ ਦੀ, ਲੋੜ ਹੈ ਲੋਕਾਂ ਨੂੰ ਇਹਨਾਂ ਲੀਡਰਾਂ ਦੀਆਂ ਲੁਭਾਣੀਆਂ ਗੱਲਾਂ ਤੋਂ ਬਚਣ ਦੀ, ਲੋੜ ਹੈ ਅੱਜ ਲੋਕਾਂ ਨੂੰ ਮੁੱਦਿਆਂ ਤੇ ਵੋਟ ਪਾਉਣ ਦੀ, ਜੋ ਕਿ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਨੇ ਕਿ ਲੋਕਾਂ ਨੂੰ ਭੜਕਣ ਦੀ ਲੋੜ ਨਹੀਂ, ਅੱਜ ਮੁੱਦਿਆਂ ਤੇ ਵੋਟ ਪਾਉਣ ਦੀ ਲੋੜ ਆ ਕਿ ਮੁੱਦੇ ਹੱਲ ਹੁੰਦੇ ਨੇ ਜਾਂ ਨਹੀਂ ਹੁੰਦੇ। ਕਿਉਂਕਿ ਕਿਸਾਨ ਵੀ ਸੜਕਾਂ ਤੇ ਸੀ, ਟੀਚਰ ਸੜਕਾਂ ਦੇ ਉੱਤੇ ਨੇ, ਕੋਈ ਟੈਂਕੀਆਂ ਦੇ ਉੱਤੇ ਨੇ, ਬੇਅਦਬੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਹਰ ਮੁੱਦੇ ਅੱਜ ਸਰਕਾਰ ਭਾਵੇਂ ਕਿ ਬਦਲ ਗਈ ਪਰ ਮੁੱਦੇ ਉੱਥੇ ਦੇ ਉੱਥੇ ਖੜੇ ਨੇ। ਭਰੋਸੇ ਲੋਕਾਂ ਨੂੰ ਸੀ ਕਿ ਸ਼ਾਇਦ ਇਹ ਸਰਕਾਰ ਆਵੇਗੀ, ਮੁੱਦੇ ਹੱਲ ਹੋਣਗੇ, ਪਰ ਨਹੀਂ ਹੋਏ। ਲੋਕਾਂ ਨੂੰ ਲੋੜ ਹੈ ਕਿ ਮੁੱਦਿਆਂ ਦੀ ਵੋਟ ਪਾਉਣ, ਮੁੱਦਿਆਂ ਨੂੰ ਦੇਖ ਕੇ ਹੀ ਵੋਟ ਪਾਈ ਜਾਵੇ, ਮੁੱਦਿਆਂ ਨੂੰ ਦੇਖ ਕੇ ਹੀ ਸੱਤਾ ਧਿਰ ਪਾਰਟੀ ਜਿਹੜੀ ਹੁਣ ਅਕਸਰ ਸੱਤਾ ਦੇ ਵਿੱਚ ਹੈ, ਉਸ ਪਾਰਟੀ ਦੇ ਵੱਲੋਂ ਵਾਅਦੇ ਕੀਤੇ ਗਏ ਸੀ, ਦਾਅਵੇ ਕੀਤੇ ਗਏ ਸੀ, ਪਰ ਉਹ ਦਾਅਵੇ ਵਾਅਦੇ ਖੋਖਲੇ ਸਾਬਿਤ ਹੋਏ ਆ। ਲੋਕਾਂ ਨੂੰ ਲੋੜ ਅੱਜ ਸੁਚੇਤ ਹੋਣ ਦੀ, ਲੋਕਾਂ ਨੂੰ ਲੋੜ ਅੱਜ ਸਮਝਦਾਰ ਹੋਣ ਦੀ। ਕੱਲ ਮਿਲਦੇ ਹਾਂ ਕਿਸੇ ਹੋਰ ਮੁੱਦੇ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।